हाँ जी, अपनी अज की नैक्सट वीडियो हैगी है ट्रू फॉल्स एंड नॉट गिवन बारे एंड यस नो एंड नॉट गिवन बारे। सब तो जी मेन चीज़ है आपको पहला ही पता होना चाहिए ट्रू फॉल्स नॉट गिवन तो यस नो नॉट गिवन के की फर्क है ना। ट्रू फॉल्स एंड नॉट गिवन, यस नो एंड नॉट गिवन। ਜਿਹੜੇ ट्रू फॉल्स नॉट गिवन ਹੁੰਦੇ ਆ ਇਹ बेस्ड ऑन फैक्ट ਹੁੰਦੇ ਆ, मतलब रियलिटी ਦੇ ਵਿੱਚ ਉਹ ਵਾਲੀ ਚੀਜ਼ ਹੋਈ ਹੁੰਦੀ ਆ। ਐਂਡ ਜਿਹੜੇ ਯੈਸ ਨੂੰ ਨੋਟ ਗਿਵਨ ਹੁੰਦੇ ਆ ਇਹ ਰਾਈਟਰ ਦੇ ਆਪਣੇ ਓਪੀਨੀਅਨ ਹੁੰਦੇ ਆ। ਫੋਰ ਐਗਜ਼ਾਮਪਲ ਮੈਂ ਆਪਣੇ ਵੱਲੋਂ ਕੋਈ ਰੀਡਿੰਗ ਲਿਖਦਾ ਹੈ ਨਾ, ਤਾਂ ਉਹ ਮੇਰੇ ਓਪੀਨੀਅਨ ਹੋਣਗੇ, ਮੇਰੀਆਂ ਥੋਟਸ ਹੋਣਗੀਆਂ, ਉੱਥੇ ਯੈਸ ਨੂੰ ਨੋਟ ਗਿਵਨ ਹੋਣਗੇ। ਅਤੇ ਇਹਦੇ ਵਿੱਚ ਕਦੇ ਵੀ ਗੈਸ ਵਰਕ ਕੰਮ ਨਹੀਂ ਕਰਦਾ, ਕਦੇ ਵੀ। ਜਿਹੜਾ ਟਰੂ ਫਾਲਸ ਨੋਟ ਗਿਵਨ ਹੁੰਦਾ, ਹੋ ਸਕਦਾ ਉਹਦੇ ਵਿੱਚ ਤੁਹਾਨੂੰ ਉਸ ਚੀਜ਼ ਬਾਰੇ ਥੋੜ੍ਹੀ ਬਹੁਤ ਨੌਲੇਜ ਹੋਵੇ, ਤੁਸੀਂ ਉੱਧਰੋਂ ਦੇਖਿਆ ਅਤੇ ਤੁਹਾਡਾ ਆਨਸਰ ਸਹੀ ਹੋ ਸਕਦਾ। ਬਟ ਯੈਸ ਨੂੰ ਨੋਟ ਗਿਵਨ ਦੇ ਵਿੱਚ ਕੀ ਆ ਕਿ ਮੇਰਾ ਓਪੀਨੀਅਨ ਹੋਰ ਹੋ ਸਕਦਾ ਉਸ ਚੀਜ਼ ਨੂੰ ਲੈ ਕੇ, ਤੁਹਾਡਾ ਹੋਰ ਹੋ ਸਕਦਾ। ਅਤੇ ਹਮੇਸ਼ਾ ਦੇਖਿਆ ਕਰੋ ਜਦੋਂ ਤੁਸੀਂ ਟਰੂ ਫਾਲਸ ਜਾਂ ਯੈਸ ਨੂੰ ਕਰਦੇ ਹੋ ਉਹਦੇ ਅੱਗੇ ਲਿਖਿਆ ਹੁੰਦਾ ਯੈਸ ਨੂੰ ਦੇ ਵਿੱਚ ਦਾ ਰਾਈਟਰਸ ਕਲੇਮਸ ਹੁੰਦੇ ਆ। ਆਹ ਕੀ ਹੁੰਦਾ ਕਿ ਅਕੋਰਡਿੰਗ ਟੂ ਦਾ ਆਈ ਥਿੰਕ ਦੇ ਵਿੱਚ ਲਿਖਿਆ ਹੁੰਦਾ ਵਿੱਚ ਇੱਕ ਸੈਕਿੰਡ, ਇਫ ਦਾ ਸਟੇਟਮੈਂਟ ਅਗਰੀਜ਼ ਵਿਦ ਦਾ ਇਨਫੋਰਮੇਸ਼ਨ, ਹਮੇਸ਼ਾ ਇੱਦਾਂ ਹੀ ਲਿਖਿਆ ਹੁੰਦਾ ਇਹਦੇ ਵਿੱਚ। ਐਂਡ ਹੁਣ ਆਪਾਂ ਟਰੂ ਫਾਲਸ ਨੋਟ ਗਿਵਨ ਅਤੇ ਯੈਸ ਨੂੰ ਨੋਟ ਗਿਵਨ ਲਾਉਣਾ ਕਦੋਂ ਆ, ਮਤਲਬ ਟਰੂ ਜਾਂ ਯੈਸ ਕਦੋਂ ਲਾਉਣਾ। ਅਗਰ ਆਪਾਂ ਨੂੰ 100% ਸਟੇਟਮੈਂਟ ਮਿਲਦੀ ਆ, 100% ਸਟੇਟਮੈਂਟ ਮਤਲਬ ਇਹ ਨਹੀਂ ਵੀ ਆਪਾਂ ਨੂੰ ਇੱਕ ਇੱਕ ਵਰਡ ਮਿਲੂਗਾ, ਉਹਦੀ ਐਗਜ਼ੈਕਟ ਇਨਫੋਰਮੇਸ਼ਨ ਮਿਲਦੀ ਹੈ ਤਾਂ ਆਨਸਰ ਆਪਾਂ ਟਰੂ ਲਾਉਣਾ। ਮੇਨ ਪ੍ਰੋਬਲਮ ਕੀ ਹੁੰਦੀ ਆ, ਅਸੀਂ ਅੱਧੀ ਇਨਫੋਰਮੇਸ਼ਨ ਪੜ੍ਹੀ, ਅੱਧੀ ਸਾਨੂੰ ਲੱਭੀ ਨਹੀਂ, ਅਸੀਂ ਆਨਸਰ ਫਾਲਸ ਲਾ ਦਿੰਦੇ ਹਾਂ ਜਾਂ ਨੋ ਲਾ ਦਿੰਦੇ ਹਾਂ, ਤਾਂ ਇਹ ਹਮੇਸ਼ਾ ਗਲਤ ਆ। ਉਹਦੀ ਜਗ੍ਹਾ 'ਤੇ ਤੁਸੀਂ ਕੀ ਲਾਉਣਾ, ਨੋਟ ਗਿਵਨ। ਨੋਟ ਗਿਵਨ ਦੇ ਵਿੱਚ 4 ਚੀਜ਼ਾਂ ਹੁੰਦੀਆਂ ਜਦੋਂ ਅਸੀਂ ਨੋਟ ਗਿਵਨ ਲਾਉਂਦੇ ਹਾਂ। ਸਭ ਤੋਂ ਜਿਹੜਾ ਫਸਟ ਹੁੰਦਾ, ਜੇ ਸਬਜੈਕਟ ਮਿਸਿੰਗ ਆ, ਮਤਲਬ ਉੱਧਰ ਇੰਡੀਆ ਦੀ ਗੱਲ ਕਰ ਰਹੇ ਆ, ਇੰਡੀਆ ਨਹੀਂ ਸਾਨੂੰ ਮਿਲਿਆ, ਬਾਕੀ ਸਾਰੀ ਇਨਫੋਰਮੇਸ਼ਨ ਮਿਲ ਗਈ, ਤਾਂ ਮੇਨ ਸਬਜੈਕਟ ਨਹੀਂ ਹੈਗਾ, ਦੈਨ ਆਨਸਰ ਇਜ਼ ਨੋਟ ਗਿਵਨ। ਦੂਸਰਾ ਹੁੰਦਾ ਅਗਰ ਆਪਾਂ ਨੂੰ 10% ਸਟੇਟਮੈਂਟ ਨਹੀਂ ਮਿਲਦੀ ਤਾਂ ਆਨਸਰ ਨੋਟ ਗਿਵਨ। ਥਰਡ ਹੁੰਦਾ ਸਾਨੂੰ 90% ਸਟੇਟਮੈਂਟ ਨਹੀਂ ਮਿਲਦੀ ਤਾਂ ਆਨਸਰ ਨੋਟ ਗਿਵਨ। ਫੋਰਥ ਤੁਹਾਨੂੰ ਪਤਾ ਹੀ ਹੈ ਕਿ 100% ਸਟੇਟਮੈਂਟ ਸਾਨੂੰ ਨਹੀਂ ਮਿਲੀ ਤਾਂ ਅਸੀਂ ਆਨਸਰ ਨੋਟ ਗਿਵਨ। ਆਪਾਂ ਕੀ ਕਰਦੇ ਹਾਂ, ਸਾਨੂੰ 10% ਸਟੇਟਮੈਂਟ ਨਹੀਂ ਮਿਲੀ, ਅਸੀਂ ਆਨਸਰ ਫਾਲਸ ਲਾਉਂਦੇ ਹਾਂ ਵੀ ਥੋੜ੍ਹਾ ਜਿਹਾ ਨਹੀਂ ਮਿਲਿਆ, ਜਦੋਂ ਕਿ ਇਨਫੋਰਮੇਸ਼ਨ ਸਾਨੂੰ ਜਦੋਂ ਮਿਲੀ ਨਹੀਂ ਅਸੀਂ ਫਾਲਸ ਕਿਵੇਂ ਲਾ ਸਕਦੇ ਹਾਂ। ਫਾਲਸ ਦਾ ਮਤਲਬ ਹੁੰਦਾ 100% ਕੌਂਟਰਾਡਿਕਸ਼ਨ ਹੋਣੀ ਚਾਹੀਦੀ ਹੈ ਉਹ ਚੀਜ਼ ਦੀ, ਕਿ ਉੱਧਰ ਕਿਹਾ ਅਸੀਂ 19 ਤਰੀਕ ਨੂੰ ਉਹ ਕੰਮ ਕੀਤਾ, ਉੱਧਰ ਕਿਹਾ ਤਾਂ 20 ਤਰੀਕ ਨੂੰ, ਕੰਮ ਸਾਰਾ ਸੇਮ ਆ, ਡੇਟ ਦੀ ਕੌਂਟਰਾਡਿਕਸ਼ਨ ਹੋ ਰਹੀ ਆ, ਠੀਕ ਹੈ। ਜਾਂ ਮਤਲਬ ਥੋੜ੍ਹੀ ਪੰਜਾਬੀ 'ਚ ਕੌਂਟਰਾਡਿਕਸ਼ਨ ਕਰਕੇ ਦੇਖ ਲਿਆ ਕਰੋ, ਪੰਜਾਬੀ 'ਚ ਹੀ ਸਾਨੂੰ ਪਤਾ ਲੱਗ ਜਾਂਦਾ। ਅਗਰ ਸਾਨੂੰ 100% ਸਟੇਟਮੈਂਟ ਮਤਲਬ ਮੀਨਿੰਗ ਉਹਦਾ ਸਹੀ ਮਿਲ ਰਿਹਾ ਤਾਂ ਟਰੂ ਜਾਂ ਯੈਸ ਲਾ ਸਕਦੇ ਹਾਂ, ਨਹੀਂ ਮਿਲ ਰਿਹਾ ਤਾਂ ਨੋਟ ਗਿਵਨ, ਫਾਲਸ ਨਹੀਂ ਲਾਉਣਾ। ਬਸ ਜਦੋਂ ਇਹ ਵਾਲੀ ਚੀਜ਼ ਤੁਹਾਡੇ ਮਾਈਂਡ 'ਚ ਹੋ ਗਈ ਕਿ ਫਾਲਸ ਅਤੇ ਨੋਟ ਗਿਵਨ ਦੇ ਵਿੱਚ ਕੀ ਫਰਕ ਆ, ਤੁਹਾਡੇ ਅੱਧੇ ਟਰੂ ਫਾਲਸ ਵੈਸੇ ਹੀ ਸਹੀ ਹੋ ਜਾਣਗੇ। ਹੁਣ ਆਪਾਂ ਥੋੜ੍ਹੇ ਜਿਹੇ ਕੁਐਸਚਨ ਪ੍ਰੈਕਟਿਸ ਲਈ ਕਰਦੇ ਹਾਂ। ਆਈ ਹੈਵ 6 ਕੁਐਸਚਨਸ ਫॉर ਪ੍ਰੈਕਟਿਸ ਐਂਡ ਯੂ ਕੈਨ ਚੈੱਕ। ਲਾਈਕ ਇਹ ਆਪਣੇ ਕੋਲ ਆਇਲਸ ਫੀਵਰ ਦੀ ਰੀਡਿੰਗ ਆ, ਇਹਦੇ 6 ਕੁਐਸਚਨ ਨੇ ਜਿਹੜੇ ਆਪਾਂ ਕਰਾਂਗੇ, ਇੱਕ ਅੱਧਾ ਮੈਂ ਤੁਹਾਡੇ ਲਈ ਛੱਡੂੰਗੀ, ਤੁਸੀਂ ਟਰਾਈ ਕਰਿਓ। ਹਾਂ ਦੇਖੋ, ਟਰੂ ਫਾਲਸ ਐਂਡ ਨੋਟ ਗਿਵਨ। ਇਫ ਦਾ ਸਟੇਟਮੈਂਟ ਅਗਰੀਜ਼ ਵਿਦ ਦਾ ਇਨਫੋਰਮੇਸ਼ਨ, ਜਿਹੜੀ ਸਟੇਟਮੈਂਟ ਅਗਰ ਆਪਾਂ ਨੂੰ ਮਿਲਦੀ ਹੈ ਤਾਂ ਟਰੂ, ਕੌਂਟਰਾਡਿਕਟ ਕਰਦੀ ਆ ਤਾਂ ਫਾਲਸ। ਇਫ ਦਾ ਇਨਫੋਰਮੇਸ਼ਨ ਨੋਟ ਮੈਨਸ਼ਨ ਦੈਨ ਆਨਸਰ ਇਜ਼ ਨੋਟ ਗਿਵਨ। ਹੁਣ ਕਿਤੇ ਨਹੀਂ ਲਿਖਿਆ ਰਾਈਟਰ ਦੀ ਕਲੇਮ ਕੀ ਹੈ। ਲਾਈਕ ਫਸਟ ਕੁਐਸਚਨ ਆ, ਦਾ ਫਸਟ ਨੋਬਲ ਪ੍ਰਾਈਜ਼ ਵਾਜ਼ ਅਵਾਰਡਡ ਇਨ 1895। ਉਹ ਕਹਿੰਦੇ ਜਿਹੜੇ ਪਹਿਲਾ ਨੋਬਲ ਪ੍ਰਾਈਜ਼ ਸੀਗਾ ਉਹ 1895 ਦੇ ਵਿੱਚ ਅਵਾਰਡ ਕੀਤਾ ਗਿਆ ਸੀ, ਮਤਲਬ ਦਿੱਤਾ ਗਿਆ ਸੀ, ਹੈ ਨਾ, ਜਿਹੜਾ ਪਹਿਲਾ ਨੋਬਲ ਪ੍ਰਾਈਜ਼। ਜੇ ਤਾਂ 1895 ਆ ਤਾਂ ਆਨਸਰ ਟਰੂ ਆ। ਅਗਰ 1895 ਦੀ ਜਗ੍ਹਾ 'ਤੇ ਕੁਛ ਹੋਰ ਲਿਖਿਆ, ਆਨਸਰ ਫਾਲਸ। ਅਗਰ ਇਹਨਾਂ 'ਚੋਂ ਇੱਕ ਵੀ ਚੀਜ਼ ਦੀ ਗੱਲ ਨਹੀਂ ਕੀਤੀ, ਅਵਾਰਡ ਦੀ ਗੱਲ ਨਹੀਂ ਕੀਤੀ, ਈਅਰ ਨਹੀਂ ਮੈਨਸ਼ਨ ਕੀਤਾ, ਦੈਨ ਆਨਸਰ ਇਜ਼ ਨੋਟ ਗਿਵਨ। Since 1901, the Nobel Prize has been honoring men and women from all corners of the globe for outstanding achievements in physics, chemistry, medicine, literature। ਉਹ ਕਹਿੰਦੇ 1991 ਤੋਂ ਲੈ ਕੇ ਜਿਹੜਾ ਨੋਬਲ ਪ੍ਰਾਈਜ਼ ਆ ਔਨਰ ਕਰ ਰਿਹਾ ਲੋਕਾਂ ਨੂੰ, ਮਤਲਬ ਇਹ ਦਿੱਤਾ ਜਾ ਰਿਹਾ ਹੈ ਨਾ, ਜਿਹੜੇ ਲੋਕ ਕਾਮਯਾਬ ਹੁੰਦੇ ਆ ਆਹ ਵਾਲੇ ਏਰੀਏ ਦੇ ਵਿੱਚ। ਤਾਂ ਉੱਧਰ ਕੀ ਸੀਗਾ 1895, ਇੱਧਰ ਉਹ ਕਹਿੰਦੇ 1901 ਤੋਂ, ਸੌਰੀ, ਤਾਂ ਆਨਸਰ ਕੌਂਟਰਾਡਿਕਸ਼ਨ ਹੋ ਗਈ, ਆਨਸਰ ਇਜ਼ ਫਾਲਸ। ਚਲੋ ਆਪਾਂ ਨੂੰ ਅੱਗੇ ਲੱਗ ਰਿਹਾ ਵੀ 1895 ਦੀ ਗੱਲ ਕਿਤੇ ਕੀਤੀ, ਇਹਨੂੰ ਵੀ ਆਪਾਂ ਰੀਡ ਕਰਦੇ ਹਾਂ। ਦਾ ਫਾਊਂਡੇਸ਼ਨਸ ਫॉर ਦਾ ਪ੍ਰਾਈਜ਼ ਫॉर ਲੈਡ ਇਨ 1895। ਇਹ ਹਮੇਸ਼ਾ ਕੁਛ ਨਾ ਕੁਛ ਇੱਦਾਂ ਦਿੰਦੇ ਹੁੰਦੇ ਆ ਤਾਂ ਕਿ ਬੱਚੇ ਇਹਨੂੰ ਦੇਖ ਕੇ ਆਨਸਰ ਟਰੂ ਲਾ ਦੇਵੇ। ਇਹ ਉਹਨਾਂ ਨੇ ਕੀ ਕਿਹਾ, ਉਹਦੀ ਫਾਊਂਡੇਸ਼ਨ, ਉਹਦੀ ਨੀਂਹ ਰੱਖੀ ਸੀ 1895 ਦੇ ਵਿੱਚ ਉਹਨਾਂ ਨੇ ਪਹਿਲਾਂ, ਬਟ ਸਟਾਰਟ ਕਦੋਂ ਕੀਤਾ ਸੀ ਉਹਨਾਂ ਨੇ, 1901 ਦੇ ਵਿੱਚ ਪ੍ਰਾਈਜ਼ ਇਹਨੇ ਸਟਾਰਟ ਕੀਤੇ ਸੀ। ਤਾਂ ਆਪਣਾ ਆਨਸਰ ਕੀ ਹੋ ਗਿਆ, ਫਾਲਸ।
ਨੈਕਸਟ ਕੁਐਸਚਨ, ਨੋਵਲਸ ਫਾਦਰ ਵਾਂਟਡ ਹਿਸ ਸਨ, ਨੋਵਲ ਦਾ ਜਿਹੜਾ ਫਾਦਰ ਸੀ ਉਹ ਚਾਹੁੰਦਾ ਸੀਗਾ ਹਿਸ ਸਨ ਟੂ ਹੈਵ ਬੈਟਰ ਐਜੂਕੇਸ਼ਨ ਦੈਨ ਵਟ ਹੀ ਹੈਡ। ਉਹ ਕਹਿੰਦੇ ਉਹਦਾ ਪਿਤਾ ਚਾਹੁੰਦਾ ਸੀ ਵੀ ਉਹਦੇ ਬੱਚੇ ਨੂੰ ਮੈਂ ਵਧੀਆ ਪੜ੍ਹਾਈ ਦੇਵਾਂ ਜਿਹੜੀ ਆਪਦੇ ਨਾਲੋਂ, ਮਤਲਬ ਆਪਾਂ ਕਹਿੰਦੇ ਹੁੰਦੇ ਨਾ ਵੀ ਮੇਰੇ ਘਰ ਦੇ ਚਾਹੁੰਦੇ ਆ ਵੀ ਉਹ ਇੰਨਾ ਪੜ੍ਹੇ ਆ ਬਟ ਮੇਰੇ ਕੋਲ ਵਧੀਆ ਪੜ੍ਹਾਈ ਹੋਵੇ, ਤਾਂ ਇਹ ਵਾਲਾ ਕੁਐਸਚਨ ਉਹ ਆ ਕਿ ਉਹਦਾ ਫਾਦਰ ਚਾਹੁੰਦਾ ਸੀ ਮੇਰੇ ਸਾਨੂੰ ਬੈਟਰ ਐਜੂਕੇਸ਼ਨ, ਬੈਟਰ ਲਿਖਿਆ ਤਾਂ ਮਤਲਬ ਕੰਪੈਰੀਜ਼ਨ ਆ, ਜਿਹੜੀ ਕਿ ਉਹਦੇ ਕੋਲ ਸੀਗੀ, ਠੀਕ ਹੈ, ਉਹਦੇ ਨਾਲੋਂ ਉਹਨੂੰ ਵਧੀਆ ਪੜ੍ਹਾਈ ਦੇਣਾ ਚਾਹੁੰਦਾ ਸੀ। ਹੁਣ ਨੈਕਸਟ ਪੈਰਾਗ੍ਰਾਫ ਦੇ ਵਿੱਚ ਹੋਊਗਾ ਸੀਕੁਐਂਸ ਆਰਡਰ ਦੇ ਵਿੱਚ ਹੁੰਦੇ ਹਮੇਸ਼ਾ। ਨੋਵਲ ਵਾਸ ਬੋਰਨ, ਇਹਨੇ ਦੇ ਵਿੱਚ ਬੋਰਨ ਹੋਇਆ ਸੀ। ਹਿਸ ਫਾਦਰ, ਇਹ ਵਾਲਾ ਇੰਜੀਨੀਅਰ ਸੀਗਾ, ਇਨਵੈਂਟਰ ਸੀਗਾ, ਉਹਨੇ ਬ੍ਰਿਜ ਬਣਾਏ ਸੀ, ਬਿਲਟ ਇਨ ਕਨੈਕਸ਼ਨ ਵਿਦ ਦ ਕੰਸਟਰਕਸ਼ਨ ਫॉर ਬਲਾਸਟਿੰਗ ਸਕਸੈਸਫੁਲ ਇਨ ਓਕੇ। ਨੋਵਲ ਵਾਸ ਏਬਲ ਇਨ 1842 ਟੂ ਬ੍ਰਿੰਗ ਹਿਸ ਫੈਮਲੀ, ਉਹਦਾ ਪਿਤਾ ਉਹਦੀ ਫੈਮਿਲੀ ਨੂੰ ਇੱਥੇ ਲੈ ਆਇਆ। ਦੇਅਰ ਹਿਸ ਸਨਸ ਵਰ ਗਿਵਨ ਅ ਫਸਟ ਕਲਾਸ ਐਜੂਕੇਸ਼ਨ ਬਾਏ ਪ੍ਰਾਈਵੇਟ ਟੀਚਰਸ, ਬਹੁਤ ਵਧੀਆ ਐਜੂਕੇਸ਼ਨ ਉਹਨਾਂ ਨੂੰ ਦਿੱਤੀ ਗਈ। ਦ ਟ੍ਰੇਨਿੰਗ ਇਨਕਲੂਡਡ, ਉਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਗਈ। ਅਲਫਰਡ ਵਾਸ ਫਲੂਐਂਟ ਇਨ ਹੁਣ ਇਹਨਾਂ ਨੇ ਸਿਰਫ ਇਹ ਗੱਲ ਕੀਤੀ ਆ ਵੀ ਉਹਨੂੰ ਬਹੁਤ ਵਧੀਆ ਪੜ੍ਹਾਈ ਦਿੱਤੀ ਗਈ, ਤਾਂ ਵੈਸੇ ਨੋਰਮਲ ਗਾ, ਉਹਨੇ ਇਹ ਥੋੜ੍ਹੀ ਕਿਹਾ, ਕੋਈ ਕੰਪੈਰੀਜ਼ਨ ਨਹੀਂ ਕੀਤਾ ਵੀ ਉਹਦਾ ਪਿਤਾ ਇੰਨਾ ਪੜ੍ਹਿਆ ਸੀ ਬਟ ਉਹ ਚਾਹੁੰਦਾ ਸੀ ਉਹਦੇ ਬੱਚੇ ਇੰਨਾ ਪੜ੍ਹਨ, ਉਹਦੇ ਪਿਤਾ ਕੋਲ ਇਹ ਵਾਲੀ ਐਜੂਕੇਸ਼ਨ ਸੀ, ਉਹ ਚਾਹੁੰਦਾ ਸੀ ਉਹਨੂੰ ਨਹੀਂ ਮਿਲ। ਨੋ ਕੰਪੈਰੀਜ਼ਨ, ਦਾ ਆਨਸਰ ਇਜ਼ ਨੋਟ ਗਿਵਨ। ਦੇਖੋ ਆਪਾਂ ਨੂੰ ਇੰਨੀ ਇਨਫੋਰਮੇਸ਼ਨ ਮਿਲੀ ਆ ਕਾਫੀ ਸਾਰੀ ਵੀ ਉਹਨਾਂ ਨੂੰ ਬਹੁਤ ਵਧੀਆ ਐਜੂਕੇਸ਼ਨ ਦਿੱਤੀ ਗਈ, ਦ ਕੰਪੈਰੀਜ਼ਨ ਇਜ਼ ਮਿਸਿੰਗ, ਦਾ ਆਨਸਰ ਇਜ਼ ਨੋਟ ਗਿਵਨ। ਨੈਕਸਟ ਕੁਐਸਚਨ ਇਜ਼ ਨੋਵਲ ਵਾਜ਼ ਅਨਸਕਸੈਸਫੁਲ ਬਿਜ਼ਨਸਮੈਨ, ਮਤਲਬ ਕਿ ਉਹ ਆਪਣੇ ਬਿਜ਼ਨਸ ਦੇ ਵਿੱਚ ਕਾਮਯਾਬ ਨਹੀਂ ਹੋਇਆ। ਅਨਸਕਸੈਸਫੁਲ ਨੈਗੇਟਿਵ ਆ ਗਿਆ। ਦੈਨ ਚਲੋ ਆਪਾਂ ਦੇਖਦੇ ਹਾਂ ਅਗਲੇ ਪੈਰਾ 'ਚ ਹੀ ਹੋਊਗਾ ਇਹ। ਇਨ ਆਰਡਰ ਟੂ ਵਾਈਡਨ ਹੋਰਾਈਜ਼ਨ ਹੀ ਫਾਦਰ ਸੈਂਟ ਅਬਰੋਡ ਡਿਊਰਿੰਗ ਆਲਫਰਡ ਨੋਬਲ ਸਵੀਡਨ ਜਰਮਨੀ ਐਂਡ ਹੀ ਕੇਮ ਲਾਈਕ ਦ ਬੈਸਟ। ਹੀ ਵਰਕਡ ਇਨ ਅ ਪ੍ਰਾਈਵੇਟ ਲੈਬੋਰਟਰੀ, ਉੱਥੇ ਉਹਨੇ ਕੰਮ ਕੀਤਾ ਫੇਮਸ ਕੈਮਿਸਟ ਦੇ ਨਾਲ। ਦੇਅਰ ਹੀ ਮੈਟ ਦ ਯੰਗ ਇਟਾਲੀਅਨ ਕੈਮਿਸਟ, ਉਹਨੂੰ ਮਿਲਿਆ। 3 years later had invented a hyle. It was considered to, although its explosive greatly exceeded the liquid explode unpredictable manner subject. Alfred Nobel became very interested practical use. He also realized the safety. Return to concentrator scale, ਮਤਲਬ ਆਪਾਂ ਇਹ ਸਕੈਮਿੰਗ ਕਰ ਸਕਦੇ ਹਾਂ, ਸਕੈਮਿੰਗ ਕਰਕੇ ਦੇਖ ਸਕਦੇ ਹਾਂ, ਸਕੈਨ ਕਰਕੇ ਵੀ ਆਪਾਂ ਨੂੰ ਕਿੱਥੋਂ ਮਿਲ ਰਿਹਾ ਵੀ ਉਹਨੇ ਕੋਈ ਬਿਜ਼ਨਸ ਕੀਤਾ ਸੀਗਾ। ਦ ਮਾਰਕੀਟ ਫॉर ਡਾਇਨਾਮਾਈਟ ਐਂਡ ਅਲਫਰਡ ਨੋਬਲ ਆਲਸੋ ਪ੍ਰੂਵਡ ਹਿਮਸੈਲਫ ਆ ਵੈਰੀ ਸਕਸੈਸਫੁਲ ਐਂਟਰਪ੍ਰੈਨਿਓਰ ਐਂਡ ਬਿਜ਼ਨਸਮੈਨ, ਮਤਲਬ ਕਿ ਸਕਸੈਸਫੁਲ ਮਤਲਬ ਉਹਦੇ ਕੋਲ ਸਕਿੱਲ ਸੀਗੀ, ਉਹਨੇ ਪ੍ਰੂਵ ਕੀਤਾ ਵੀ ਸਕਿੱਲਫੁਲ ਹੈਗਾ ਹੈ ਨਾ, ਤਾਂ ਮਤਲਬ ਕੀ ਆ ਉਹ ਆਪਣੇ ਬਿਜ਼ਨਸ ਦੇ ਵਿੱਚ ਕਾਮਯਾਬ ਹੋਇਆ ਸੀ। ਹੋਰ ਵੀ ਕਿਤੇ ਇਹਦੀ ਇਨਫੋਰਮੇਸ਼ਨ ਹੋਊਗੀ, ਤਾਂ ਆਨਸਰ ਆਈ ਥਿੰਕ ਇਹਦਾ ਟਰੂ ਹੀ ਹੋਊਗਾ। ਹਾਂ ਇਹਨਾਂ ਲਿਖਿਆ ਅਨਸਕਸੈਸਫੁਲ, ਕਾਮਯਾਬ ਨਹੀਂ ਸੀਗਾ। ਉੱਧਰ ਆਪਾਂ ਕੀ ਲੱਭਿਆ ਵੀ ਉਹ ਸਕਸੈਸਫੁਲ ਸਕਿੱਲਫੁਲ ਸੀਗਾ ਅਤੇ ਵਧੀਆ ਐਂਟਰਪ੍ਰੈਨਿਓਰ ਸੀਗਾ, ਤਾਂ ਆਨਸਰ ਇਜ਼ ਟਰੂ, ਸੌਰੀ ਫਾਲਸ ਟਰੂ ਕਿਉਂ ਲਾਵਾਂਗੇ, ਕੰਟਰਾਡਿਕਸ਼ਨ ਹੋ ਗਈ ਨਾ। ਇੱਧਰ ਉਹਨੇ ਲਿਖਿਆ ਵੀ ਅਨਸਕਸੈਸਫੁਲ ਸੀਗਾ, ਵਧੀਆ ਨਹੀਂ ਸੀਗਾ। ਚਲੋ ਨੈਕਸਟ ਕੁਐਸਚਨ, ਆਹ ਵਾਲੀ ਜਿਹੜੀ ਵੀ ਸੀਗੀ ਹੈ ਨਾ, ਬਹਿਰਾ ਵੋਨ ਸਤਨਰ ਵਾਸ ਸਿਲੈਕਟਡ ਬਾਏ ਨੋਬਲ ਹਿਮਸੈਲਫ ਫॉर ਦ ਫਸਟ ਪੀਸ ਪ੍ਰਾਈਜ਼। ਉਹ ਕਹਿੰਦੇ ਇਹਨੇ ਖੁਦ ਚੁਣਿਆ ਸੀਗਾ ਪਹਿਲਾ ਫਸਟ ਪੀਸ ਪ੍ਰਾਈਜ਼ ਦੇਣ ਵਾਸਤੇ। ਚਲੋ ਅੱਗੇ ਦੇਖਦੇ ਹਾਂ। ਕੌਨਸਟੈਂਟਲੀ ਟਰੈਵਲਿੰਗ ਲੈਬੋਰਟਰੀਜ਼, ਆਈ ਥਿੰਕ ਉਹ ਮਿਲਿਆ ਸੀ ਇਹਨੂੰ, ਆ ਪਿਆ ਸਕੈਨ। ਦ ਮੋਸਟ ਕੁਆਲੀਫਾਈਡ ਐਪਲੀਕੈਂਟ ਟਰਨਡ ਆਊਟ ਟੂ ਬੀ ਐਨ ਆਸਟਰੀਅਨ ਵੂਮਨ, ਇਹ ਮਤਲਬ ਕਿ ਇੱਕ ਵੂਮਨ ਸੀਗੀ, ਉਹਨੂੰ ਮਿਲੀ ਸੀਗੀ, ਐਪਲੀਕੈਂਟ ਸੀਗਾ ਕੋਈ ਹੈ ਨਾ, ਵਧੀਆ ਸੀ ਯਾਨੀ ਕਿ। ਆਫਟਰ ਵਰਕਿੰਗ ਅ ਸ਼ੋਰਟ ਟਾਈਮ ਫॉर ਨੋਬਲ ਸ਼ੀ ਡਿਸਾਈਡਡ ਟੂ ਰਿਟਰਨ ਟੂ, ਉਹਨੇ ਉਹਦੇ ਨਾਲ ਕੰਮ ਕੀਤਾ, ਫਿਰ ਉਹਨੇ ਡਿਸਾਈਡ ਕੀਤਾ ਉੱਥੇ ਵਾਪਸ ਜਾਣਾ। ਇੱਥੇ ਇਨਸਪਾਈਟ ਆਫ ਅਲਫਰਡ ਨੋਬਲ ਔਰ ਫਰੈਂਡ ਬਣ ਗਏ, ਇੱਕ ਦੂਜੇ ਨੂੰ ਲੈਟਰ ਲਿਖਣ ਲੱਗ ਗਏ। ਉਹਨੇ ਫੇਮਸ ਬੁੱਕ ਲਿਖੀ। ਨੋ ਡਾਊਟ ਦਿਸ ਇਨਫਲੂਐਂਸਡ, ਉਹਨੇ ਪ੍ਰਭਾਵਿਤ ਕੀਤਾ ਉਹਨੂੰ। ਪ੍ਰਾਈਜ਼ which was to include a prize organization. When he wrote his final, which was to include a prize for persons and organize who promoted peace. ਉਹ ਕਹਿੰਦੇ several years later after the death of, ਉਹਦੀ ਜਦੋਂ ਡੈਥ ਹੋ ਗਈ, ਹੁਣ ਦੇਖ ਲਓ ਆਪਾਂ ਨੂੰ ਉੱਧਰ ਕੀ ਕਿਹਾ ਉਹਨੇ ਖੁਦ, a parliament decided to award Nobel Peace Prize, ਉਹਨੂੰ ਮਤਲਬ ਕਿ ਪਾਰਲੀਮੈਂਟ ਨੇ ਡਿਸਾਈਡ ਕੀਤਾ ਸੀ। then answer is false. thank you.